हाँ जी नमस्कार। मैं सतपाल सिंह स्वागत करता हाँ जी ਤੁਹਾਡੇ ਆਪਣੇ YouTube ਚੈਨਲ सतपाल जग्गू एजुकेशन पॉइंट ਦੇ ਉੱਪਰ। ਅੱਜ ਮੈਂ ਤੁਹਾਡੇ ਸਾਹਮਣੇ ਪੇਸ਼ ਹੋਇਆ ਜੀ ਆਪਣਾ ਪੋਲੀਟੀਕਲ ਸਾਇੰਸ ਸਬਜੈਕਟ ਚੱਲ ਰਿਹਾ ਹੈ। ਉਸ ਦੇ ਵਿੱਚ ਟੌਪਿਕ ਰਹੇਗਾ ਆਪਣਾ ਭਾਰਤ ਦੇ ਜੋ ਸੰਵਿਧਾਨ ਹੈ ਜੀ ਭਾਰਤ ਦਾ, ਉਸ ਦੇ ਕੀ ਸਰੋਤ ਹੈਗੇ ਨੇ, ਮਤਲਬ ਸੋਰਸਿਸ ਆਫ ਇੰਡੀਅਨ ਕਨਸਟੀਟਿਊਸ਼ਨ। ਤਾਂ ਭਾਰਤ ਦੇ ਜਿਹੜੇ ਸਰੋਤ ਰਹੇ ਨੇ ਸੰਵਿਧਾਨ ਦੇ, ਉਹਨਾਂ ਦੇ ਬਾਰੇ ਵਿੱਚ ਆਪਾਂ ਅੱਜ ਗੱਲਬਾਤ ਕਰਾਂਗੇ। ਤਾਂ ਚੀਜ਼ਾਂ ਨੂੰ ਬੜੇ ਧਿਆਨ ਦੇ ਨਾਲ ਸਮਝਦੇ ਜਾਣਾ ਸਾਰੇ ਬੱਚਿਆਂ ਨੇ। ਦੇਖੋ ਬਈ, ਟੌਪਿਕ ਦਾ ਨੇਮ ਹੈ ਭਾਰਤੀ ਸੰਵਿਧਾਨ ਦੇ ਸਰੋਤ। ਹੁਣ ਕਦੀ ਪੁੱਛਿਆ ਜਾਵੇ ਭਾਰਤ ਦੇ ਸੰਵਿਧਾਨ ਦੇ ਸਰੋਤ ਕਿੰਨੇ ਪ੍ਰਕਾਰ ਦੇ ਨੇ, ਤਾਂ ਦੋ ਪ੍ਰਕਾਰ ਦੇ ਨੇ। ਕਿਹੜੇ ਕਿਹੜੇ ਨੇ? ਇੱਕ ਆਂਤਰਿਕ ਨੇ, ਇੱਕ ਬਾਹਰੀ ਨੇ। ਆਂਤਰਿਕ ਦਾ ਮਤਲਬ ਜਿਹੜੀ ਅੰਦਰੂਨੀ ਹੋਣ, ਤੇ ਬਾਹਰੀ ਦਾ ਮਤਲਬ ਜਿਹੜੇ ਕਿਤੋਂ ਬਾਹਰੋਂ ਲਏ ਗਏ ਹੋਣ। ਪਹਿਲਾਂ ਆਪਾਂ ਆਂਤਰਿਕ ਦੇਖ ਲਈਏ। ਆਂਤਰਿਕ ਸਰੋਤ ਦੇ ਵਿੱਚ ਦੇਖਿਆ ਜਾਵੇ ਤਾਂ ਆਂਤਰਿਕ ਸਰੋਤਾਂ ਦੇ ਵਿੱਚ ਇੱਕ ਹੀ ਸਰੋਤ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਤੇ ਉਹ ਹੈ ਜੀ ਗਵਰਨਮੈਂਟ ਆਫ ਇੰਡੀਆ ਐਕਟ 1935। 1935 ਦਾ ਭਾਰਤ ਸ਼ਾਸਨ ਅਧਿਨਿਯਮ ਜਿਹੜਾ ਅੰਗਰੇਜ਼ਾਂ ਨੇ ਲਾਗੂ ਕੀਤਾ ਸੀ, ਇਹ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਹੈ, ਇਹੀ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਜੀ ਭਾਰਤੀ ਸੰਵਿਧਾਨ ਦੇ ਉੱਪਰ ਪ੍ਰਭਾਵ ਪਾਉਂਦਾ ਹੈ। ਸਭ ਤੋਂ ਜ਼ਿਆਦਾ ਪ੍ਰਭਾਵ ਇਸੇ ਐਕਟ ਦਾ ਹੀ ਹੈ। ਤਕਰੀਬਨ ਭਾਰਤੀ ਸੰਵਿਧਾਨ ਦਾ ਤੀਸਰਾ ਹਿੱਸਾ ਜਿਹੜਾ ਹੈ ਜੀ ਉਹ ਗਵਰਨਮੈਂਟ ਆਫ ਇੰਡੀਆ ਐਕਟ ਤੋਂ ਹੀ ਲਿਆ ਗਿਆ ਹੈ। ਲਗਭਗ 250 ਆਰਟੀਕਲ ਐਜ਼ ਇਟ ਇਜ਼ ਚੱਕ ਲਏ ਗਏ। ਅੰਗਰੇਜ਼ਾਂ ਨੇ ਜਦੋਂ ਭਾਰਤ ਵਿੱਚ ਰੂਲ ਕੀਤਾ ਸੀ ਇਸ ਐਕਟ ਦੇ ਤਹਿਤ, ਤਾਂ ਇਸ ਦੇ ਵਿੱਚ ਜਿੰਨੇ ਵੀ ਆਰਟੀਕਲ ਸੀ ਉਹਨਾਂ ਦੇ ਵਿੱਚੋਂ 250 ਆਰਟੀਕਲ ਐਜ਼ ਇਟ ਇਜ਼ ਬਣੇ ਬਣਾਏ ਚੱਕ ਲਏ ਗਏ। ਠੀਕ, ਹੁਣ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਹੈ, ਇਸ ਦਾ ਕੀ ਬੇਸ ਹੈ ਜੀ? ਇਹ ਕਿਸ ਬੇਸ ਤੇ ਬਣਿਆ ਸੀ? ਤਾਂ ਇਹ ਬਣਿਆ ਸੀਗਾ ਜੀ ਆਰਟੀਸੀ ਦੇ ਬੇਸ ਤੇ। 3 ਆਰਟੀਸੀਆਂ ਹੋਈਆਂ ਸੀ, ਰਾਊਂਡ ਟੇਬਲ ਕਾਨਫਰੰਸਿਸ ਲੰਡਨ ਦੇ ਵਿੱਚ। ਪ੍ਰਧਾਨ ਮੰਤਰੀ ਰੈਮਸੇ ਮੈਕਡੋਨਾਲਡ ਦੇ ਦੁਆਰਾ ਪ੍ਰਧਾਨਗੀ ਕੀਤੀ ਗਈ ਸੀ ਇਹਨਾਂ ਦੀ। ਇਹ ਜਿਹੜੀਆਂ 3 ਆਰਟੀਸੀਆਂ ਸੀ, ਇਹਨਾਂ ਦਾ ਕੀ ਬੇਸ ਸੀਗਾ? ਇਹਨਾਂ ਦਾ ਬੇਸ ਸੀਗਾ ਸਾਈਮਨ ਕਮਿਸ਼ਨ ਦੀ ਰਿਪੋਰਟ। ਸਾਈਮਨ ਕਮਿਸ਼ਨ 1928 ਦੇ ਵਿੱਚ ਆਇਆ ਸੀ। ਇਸੇ ਸਾਈਮਨ ਕਮਿਸ਼ਨ ਨੇ ਆਪਣੀ 1930 ਦੇ ਵਿੱਚ ਰਿਪੋਰਟ ਦਿੱਤੀ। ਇਸੇ ਰਿਪੋਰਟ ਦੇ ਉੱਪਰ 3 ਆਰਟੀਸੀਆਂ ਹੋਈਆਂ। ਇਹਨਾਂ ਤਿੰਨੋਂ ਆਰਟੀਸੀਆਂ ਦੇ ਆਧਾਰ ਦੇ ਉੱਪਰ ਗਵਰਨਮੈਂਟ ਆਫ ਇੰਡੀਆ ਐਕਟ 1935 ਬਣਿਆ। ਇਹੀ ਅੱਗੇ ਜਾ ਕੇ ਸਾਡੇ ਭਾਰਤੀ ਸੰਵਿਧਾਨ ਦਾ ਸਭ ਤੋਂ ਵੱਡਾ ਆਂਤਰਿਕ ਸਰੋਤ ਬਣਿਆ ਸੀ। ਇਸ ਚੀਜ਼ ਨੂੰ ਸਮਝਿਆ ਆਪਾਂ। ਹੁਣ ਆਪਾਂ ਗੱਲ ਕਰਦੇ ਹਾਂ ਜੀ ਬਾਹਰੀ ਸਰੋਤ। ਬਾਹਰੀ ਸਰੋਤਾਂ ਦਾ ਤੁਹਾਨੂੰ ਪਤਾ ਹੀ ਹੈ ਜੀ ਵੀ ਬਾਹਰੋਂ ਲਏ ਗਏ ਨੇ। ਬਾਹਰੋਂ ਕਿੱਥੋਂ ਲਏ ਜਾਣਗੇ? ਤਾਂ ਇਹ ਦੂਜੇ ਦੇਸ਼ਾਂ ਦੇ ਸੰਵਿਧਾਨਾਂ ਤੋਂ ਲਈਆਂ ਗਈਆਂ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਹੀ ਬਾਹਰੀ ਸਰੋਤਾਂ ਦੇ ਵਿੱਚ ਆਪਾਂ ਕਾਊਂਟ ਕਰਦੇ ਹਾਂ। ਲਗਭਗ 60 ਦੇਸ਼ਾਂ ਦੇ ਸੰਵਿਧਾਨਾਂ ਦੀ ਸਟੱਡੀ ਕੀਤੀ ਗਈ। ਚੰਗੀਆਂ ਚੀਜ਼ਾਂ ਉਹਨਾਂ ਸੰਵਿਧਾਨਾਂ ਦੇ ਵਿੱਚੋਂ ਕਵਰ ਅਪ ਕਰਕੇ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ। ਪਹਿਲਾ ਦੇਸ਼ ਆਪਾਂ ਦੇਖ ਰਹੇ ਹਾਂ ਜੀ ਜਾਪਾਨ। ਜਾਪਾਨ ਤੋਂ ਕੀ ਲਿਆ ਗਿਆ ਹੈ, ਜਾਂ ਜਾਪਾਨ ਦੇ ਸੰਵਿਧਾਨ ਤੋਂ ਕੀ ਲਿਆ ਗਿਆ ਹੈ ਜੀ? ਤਾਂ ਇਹ ਲਿਆ ਗਿਆ ਹੈ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ। ਹੁਣ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਕੀ ਹੁੰਦੀ ਹੈ? ਮੰਨ ਕੇ ਚੱਲੋ ਵੀ ਜਿਵੇਂ ਮੰਨ ਕੇ ਚੱਲੋ ਕੋਈ ਇੱਕ ਮੁਲਜ਼ਮ ਹੈ, ਕੋਈ ਇੱਕ ਗੁਨਾਹਗਾਰ ਹੈ। ਹੁਣ ਗੁਨਾਹਗਾਰ ਮੰਨ ਕੇ ਚੱਲੋ ਮੈਂ ਗੁਨਾਹਗਾਰ ਹਾਂ, ਤੁਸੀਂ ਮੈਨੂੰ ਫੜ ਕੇ ਸਿੱਧਾ ਹੀ ਥੋੜੀ ਫਾਂਸੀ ਚੜਾ ਦੋਗੇ, ਹੈ ਨਾ? ਸਿੱਧਾ ਫਾਂਸੀ ਨਹੀਂ ਚੜਾਇਆ ਜਾ ਸਕਦਾ। ਮੈਨੂੰ ਫੜੋਗੇ, ਮੇਰੇ ਖਿਲਾਫ ਕੋਈ ਐਵੀਡੈਂਸ ਇਕੱਠੇ ਕਰੋਗੇ। ਐਵੀਡੈਂਸ ਇਕੱਠੇ ਕਰਕੇ ਫਿਰ ਮੈਨੂੰ ਤੁਸੀਂ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੋਗੇ। ਉੱਥੇ ਉਹ ਐਵੀਡੈਂਸ ਪੇਸ਼ ਕੀਤੇ ਜਾਣਗੇ। ਉਹਨਾਂ ਐਵੀਡੈਂਸਿਸ ਦੇ ਆਧਾਰ ਦੇ ਉੱਪਰ ਫਿਰ ਮੇਰਾ ਜਿਹੜਾ ਕ੍ਰਾਈਮ ਹੈ ਉਹ ਸਿੱਧ ਕੀਤਾ ਜਾਏਗਾ। ਉਸ ਕ੍ਰਾਈਮ ਨੂੰ ਸਿੱਧ ਕਰਕੇ ਫਿਰ ਉਸ ਦੇ ਉੱਪਰ ਅੱਗੇ ਕੀ ਬਣੇਗਾ? ਮੇਰੇ ਉੱਪਰ ਸਜ਼ਾ ਜਿਹੜੀ ਹੈ ਉਹ ਮੈਨੂੰ ਦਿੱਤੀ ਜਾਏਗੀ, ਹੈ ਨਾ? ਤਾਂ ਇਸ ਤਰੀਕੇ ਇਹ ਇੱਕ ਪ੍ਰੋਸੈਸ ਹੈ। ਤਾਂ ਮਤਲਬ ਕੀ ਹੈ ਜੀ, ਜਾਪਾਨ ਤੋਂ ਹੀ ਲਿਆ ਗਿਆ ਹੈ ਕਾਨੂੰਨ ਦੁਆਰਾ ਸਥਾਪਿਤ ਇੱਕ ਪ੍ਰਕਿਰਿਆ। ਕਾਨੂੰਨ ਦੁਆਰਾ ਸਥਾਪਿਤ ਜਿਹੜੀ ਇੱਕ ਪ੍ਰੋਸੈਸ ਹੈ ਨਾ, ਇੱਕ ਕਾਨੂੰਨ ਦੀ ਪ੍ਰੋਸੈਸ ਹੁੰਦੀ ਹੈ, ਉਹ ਪ੍ਰੋਸੈਸ ਜਿਹੜੀ ਹੈ ਜਾਪਾਨ ਤੋਂ ਲਈ ਗਈ ਹੈ। ਜਰਮਨੀ ਤੋਂ ਆਪਾਤਕਾਲ ਪ੍ਰਬੰਧ। ਆਪਾਤਕਾਲ ਹੁਣ ਤੁਹਾਨੂੰ ਪਤਾ ਹੀ ਹੈ, ਜਿਵੇਂ ਵੀ ਐਮਰਜੈਂਸੀਜ਼ ਹੁੰਦੀਆਂ ਨੇ, ਉਹ ਸਾਰੀਆਂ ਐਮਰਜੈਂਸੀਜ਼ ਵਾਲੀਆਂ ਜਿਹੜੀਆਂ ਸਿਚੁਏਸ਼ਨਸ ਨੇ ਉਹ ਸਾਰੀਆਂ ਐਸੀ ਸੰਵਿਧਾਨ ਦੇ ਵਿੱਚੋਂ ਆਪਾਂ ਕੀ ਕੀਤੀਆਂ ਨੇ? ਅਡਾਪਟ ਕੀਤੀਆਂ ਨੇ ਜਾਂ ਇੱਥੋਂ ਲਈਆਂ ਗਈਆਂ ਨੇ। ਠੀਕ, ਜਰਮਨੀ ਤੋਂ ਬਾਅਦ ਦੇਖਿਆ ਜਾਵੇ ਤਾਂ ਸਾਡੇ ਕੋਲ ਹੈ ਜੀ ਰਸ਼ੀਆ ਜਾਂ ਰੂਸ ਤੋਂ ਕੀ ਲਏ ਗਏ ਨੇ? ਮੌਲਿਕ ਕਰਤੱਵ ਲਏ ਗਏ ਨੇ। ਇੱਕ ਗੱਲ ਹੋਰ ਯਾਦ ਰੱਖਿਆ ਜੇ, ਜਿਹੜੇ ਮੌਲਿਕ ਕਰਤੱਵ ਨੇ, ਜਿਹੜੇ ਫੰਡਾਮੈਂਟਲ ਡਿਊਟੀਜ਼ ਨੇ, ਉਹ ਮੂਲ ਸੰਵਿਧਾਨ ਦੇ ਵਿੱਚ ਨਹੀਂ ਸੀਗੀਆਂ। ਬਾਅਦ ਵਿੱਚ ਇਹਨਾਂ ਨੂੰ ਜੋੜਿਆ ਗਿਆ ਸੀਗਾ। ਬਾਅਦ ਵਿੱਚ ਜਦੋਂ ਜੋੜਿਆ ਗਿਆ ਸੀ, ਸਵਰਨ ਸਿੰਘ ਸਮਿਤੀ ਦੀ ਸਿਫਾਰਿਸ਼ਾਂ ਦੇ ਉੱਪਰ ਜੋੜਿਆ ਗਿਆ ਸੀਗਾ। ਪ੍ਰਸਤਾਵਨਾ ਦੇ ਵਿੱਚ ਨਾ ਸਮਾਜਿਕ, ਆਰਥਿਕ ਅਤੇ ਰਾਜਨੀਤਿਕ 3 ਪ੍ਰਕਾਰ ਦਾ ਨਿਆਂ ਦੱਸਿਆ ਗਿਆ ਹੈ। ਤੇ ਜਿਹੜਾ ਆਹ 3 ਪ੍ਰਕਾਰ ਦਾ ਨਿਆਂ ਹੈ, ਇਹ ਜਿਹੜਾ 3 ਪ੍ਰਕਾਰ ਦਾ ਨਿਆਂ ਹੈ ਨਾ, ਇਹ ਵੀ ਸਿਸਟਮ ਜਿਹੜਾ ਬਣਿਆ ਹੋਇਆ ਹੈ ਇਹ ਵੀ ਰਸ਼ੀਆ ਤੋਂ ਹੀ ਲਿਆ ਗਿਆ ਹੈ। ਮਤਲਬ ਪ੍ਰਸਤਾਵਨਾ ਦੇ ਵਿੱਚ ਦਰਜ ਨਿਆਇਕ ਆਦਰਸ਼, ਜਿਹੜੇ ਪ੍ਰਸਤਾਵਨਾ ਦੇ ਵਿੱਚ ਜਿਹੜਾ 3 ਪ੍ਰਕਾਰ ਦਾ ਨਿਆਂ ਦੱਸਿਆ ਗਿਆ ਹੈ, ਉਹ ਵੀ ਰਸ਼ੀਆ ਦੇ ਸੰਵਿਧਾਨ ਤੋਂ ਹੀ ਲਿਆ ਗਿਆ ਹੈ।
फ्रांस तो की लिया गया है जी, फ्रांस तो लिया गया है गणतंत्र व्यवस्था। गणतंत्र का मैं तुहानूं दस्सिया होया भी रिपब्लिक की हुंदा है। रिपब्लिक का मतलब है भी जब किसी देश का मुखी जदों वोटां के द्वारा चुनिया जाए तो उसनूं आपां की बोलते हाँ, वो एक रिपब्लिकन जिहड़ी स्थिति है या कह दो व्यवस्था है, सिस्टम है। तो ये जिहड़ा गणतंत्र व्यवस्था है ये फ्रांस तो ली गई है। भारत का मुखी भी जिहड़ा वोटां के द्वारा चुनिया जाता है, जिवें राष्ट्रपति नूं आपां भारत का मुखी मनते हाँ तो वो वोटां के द्वारा ही चुनिया जाता है, इस तरीके फ्रांस में सिस्टम है। फ्रांस तो ही सानू की मिलता है जी, संविधान तो की मिलिया है सुतंत्रता, समानता अते अखंडता। ये जिहड़े तीन तुहाडे सामने शब्द ने ये भी सानू फ्रांस के संविधान तो ही प्राप्त होए ने। ते ये जिहड़े तीन शब्द ने ये फ्रांस के विच क्रांति हुई सी, जिसनूं आपां फ्रेंच रैवोल्यूशन भी बोलते हाँ। फ्रांस क्रांति 1799 ਦੇ ਵਿੱਚ ਹੋਈ ਸੀ टीपू सुल्तान के समय। उस समय जदों इस क्रांति हुई सी उदों ये शब्द पैदा हुए सी। यही शब्द साडे संविधान दे विच की है जी ऐड इन्हां नूं कीता गया है। फ्रांस तो ले गए ने, आ भी अपने हो गए। आयरलैंड तो की लिया गया है जी, आयरलैंड तो लिया गया है DPSP। DPSP मतलब डायरैक्टिव पॉलिसी, डायरैक्टिव प्रिंसीपल ऑफ स्टेट पॉलिसी। मतलब की है जी राज दे नीति निर्देशक तत्त। फिर है जी आयरलैंड तो लिया गया है राष्ट्रपति की निर्वाचन प्रक्रिया। मतलब राष्ट्रपति नूं किवें चुनिया जाता है, वोटां किवें पैंदियां ने, वो सारा जिहड़ा प्रक्रिया है ना राष्ट्रपति नूं चुनण वाली, वो निर्वाचन करने वाली, वो जिहड़ी राष्ट्रपति की निर्वाचन प्रोसैस है, इलैक्ट करने की प्रोसैस, वो भी आयरलैंड तो ली गई है। आस्ट्रेलिया तो संवर्ती सूची तुहानूं पता ही है, कॉन्करेंट लिस्ट आप इंग्लिश के बोलते हाँ। ये मैं तुम्हें अगे सूचियां दे विच करवावांगा वैसे, पर संवर्ती सूची इत्थों ली गई है। दोनों सदनों की संयुक्त बैठक, जदों किसी बिल के उपर वाद विवाद हो जाए लोक सभा ते राज्य सभा के विच, एक सदन पास कर दे दूसरा ना पास करे, मतलब दोनों के विच विवाद हो जाए तो इन्हां दी एक की कराई जाती है, संयुक्त बैठक करवाई जाती है। तो उस बिल नूं फिर क्या है जी उसके उपर बहस करवाई जाती है। इसकी प्रधानगी जिहड़ा करता है लोक सभा का स्पीकर करता है, संयुक्त बैठक बुलाउंदा राष्ट्रपति है। ठीक, अच्छा। दोनों सदनों की संयुक्त बैठक की जिहड़ी व्यवस्था है वो भी आस्ट्रेलिया तो ली गई है। संवर्ती सूची इत्थों ली गई है। कनेडा के संविधान तो की लिया गया है जी, कनेडा के संविधान तो मिलिया है सानू संघी व्यवस्था के नाल शक्तिशाली केंद्र। मतलब देखो भारत विच की है जी, सब तो टॉप के उपर है सेंटर तो थले स्टेट है ना, सेंटर फिर स्टेट। आ जिहड़ा सेंटर ते स्टेट वाला सिस्टम हुंदा है ना, इसे नूं ही कहा जाता है संघी व्यवस्था। सेंटर ते स्टेट वाला सिस्टम जिहड़ा है इसे नूं ही संघी व्यवस्था कहा जाता है। तो जिहड़ी आ संघी व्यवस्था है, इस संघी व्यवस्था दे विच केंद्र नूं शक्तिशाली बनाया जाता है। देखो भारत दे विच भी संघी व्यवस्था है तो कनेडा दे विच भी संघी व्यवस्था है। तो कनेडा के संविधान तो संघी व्यवस्था भारतीय संविधान दे विच ऐड की गई है। कनेडा दे विच भी केंद्र जिहड़ा है उसनूं शक्तिशाली बनाया गया है। तो भारत विच भी की है जी, भारतीय संविधान जिहड़ा है वो केंद्र नूं शक्तिशाली बनाउंदा है। मतलब की है जी भारत दे विच किस तरीके की संविधान दे विच भी विशेषतावां मिलदियां ने, भारत विच संघात्मक विशेषतावां हैगियां ने। संघात्मक का मतलब की है जी केंद्र ताकतवर है। केंद्र ताकतवर है तो उसदे विच की है जी केंद्र नूं कुछ विशेष शक्तियां प्रदान कीतियां गईयां ने। केंद्र नूं विशेष शक्तियां प्रदान करना जिवें कुछ अहम मुद्दे, जिवें मान के चलो कुछ भारतीय रेलवे होगी, सेना होगी, ये कुछ खास जिहड़े हैगे ने ना पहलू, ये जिहड़े सबजैक्ट कुछ खास विषय ने, ये सारे के सारे किस कोले नहीं, सेंटर कोले नहीं। स्टेट का इस उपर किसी भी तरीके का कोई भी अधिकार नहीं है। स्टेट उसके उपर किसी भी तरीके का कोई भी कानून नहीं बना सकता। ठीक, अच्छा। केंद्र में विशेष शक्तियां प्राप्त ने। केंद्र और राज्यों के बीच शक्तियां की वंड की गई है। केंद्र जिहड़े ने ते स्टेट है, इन्हां दोनों के बीच की है पावर का डिवाइडेशन होया है। ठीक है, तो ये जिहड़ा डिवाइडेशन है ये भी अपना कैनेडा तो लिया गया है। फिर राज्यों के बीच राज्यपाल की नियुक्ति की जाती है, ये सेंटर के वल्लों होंदी है ना। जिहड़ा राज्यपाल है, राज्यपाल की नियुक्ति कौन करता है, राष्ट्रपति करता है। तो ये राष्ट्रपति सेंटर 'च बैठता है। तो वही गल है कि राज्यों के बीच राज्यपाल की नियुक्ति केंद्र वल्लों होना, ये भी इसकी एक संघात्मक विशेषता है। तो ये सारिया चीज़ां कनेडा तो लईआं गईआं ने। दक्षिणी अफ्रीका तो की लिया गया है जी, दक्षिणी अफ्रीका तो संविधान संशोधन प्रक्रिया, जिहड़ा तुहानूं पता होना संविधान संशोधन प्रक्रिया आर्टिकल नंबर 368। ठीक है, इस आर्टिकल के तहत जिहड़ा सिस्टम बनया है ना संविधान संशोधन का, अमेंडमेंट का, वो सारा इसे दक्षिणी अफ्रीका तो लिया गया है। राज सभा के मैंबरों का निर्वाचन, राज सभा के मैंबरों की चोण किवें हुंदी है, वो की प्रोसैस है, वो सारा जिहड़ा सिस्टम है ना वो सारा इसे दक्षिणी अफ्रीका तो लिया गया है। हुण इस तो बाद आपां देखते हाँ भी अमेरिका तो की लिया गया है।
ਅਮਰੀਕਾ ਦੇ ਸੰਵਿਧਾਨ ਤੋਂ ਕੀ ਲਿਆ ਗਿਆ ਹੈ ਚੀਜ਼ ਨੂੰ ਦੇਖੋ, ਯੂਐਸਏ ਤੋਂ ਲਿਆ ਗਿਆ ਹੈ ਪ੍ਰਸਤਾਵਨਾ ਦੇ ਸ਼ਬਦ। ਪ੍ਰਸਤਾਵਨਾ ਦੇ ਸ਼ਬਦ ਮਤਲਬ ਜਦੋਂ ਭਾਰਤ ਦੇ ਸੰਵਿਧਾਨ ਦੀ ਜਿਹੜੀ ਪ੍ਰੀਐਂਬਲ ਸ਼ੁਰੂ ਹੁੰਦੀ ਹੈ ਨਾ, ਉਹ ਸ਼ੁਰੂ ਹੁੰਦੀ ਹੈ ਹਮ ਭਾਰਤ ਕੇ ਲੋਕ, ਹੈ ਨਾ, ਸ਼ਕਤੀ ਦਾ ਸਰੋਤ ਵੀ ਭਾਰਤ ਦੇ ਲੋਕ ਨੇ। ਤਾਂ ਮਤਲਬ ਕੀ ਹੈ ਜੀ, ਪ੍ਰਸਤਾਵਨਾ ਦੇ ਜਿਹੜੇ ਸ਼ਬਦ ਨੇ ਹਮ ਭਾਰਤ ਕੇ ਲੋਕ, ਇਸੇ ਤਰੀਕੇ ਦੇ ਨਾਲ ਕੀ ਹੈ ਜੀ, ਇਹ ਸ਼ਬਦ ਕਿੱਥੋਂ ਲਏ ਗਏ ਨੇ, ਤਾਂ ਇਹ ਲਏ ਗਏ ਨੇ ਯੂਐਸਏ ਤੋਂ। ਮਤਲਬ ਜਿਹੜਾ ਕਨਸੈਪਟ ਹੈ ਨਾ ਆਪਣੇ ਪ੍ਰੀਐਂਬਲ ਵਾਲਾ, ਉਹ ਸ਼ਬਦਾਂ ਦੀ ਜਿਹੜੀ ਹੇਰ ਫੇਰ ਹੈ ਉਹ ਸਾਰੀ ਇੱਥੋਂ ਲਈ ਗਈ ਹੈ। ਮੂਲ ਅਧਿਕਾਰ ਫੰਡਾਮੈਂਟਲ ਰਾਈਟ ਤੁਹਾਨੂੰ ਪਤਾ ਹੀ ਹੈ, ਸਾਡੇ ਭਾਗ ਨੰਬਰ 3 ਦੇ ਵਿੱਚ ਦੱਸੇ ਗਏ ਨੇ ਸੰਵਿਧਾਨ ਦੇ, ਹੈ ਨਾ। ਮੈਗਨਾ ਕਾਰਟਾ ਸੰਵਿਧਾਨ ਦਾ ਬੋਲਿਆ ਗਿਆ ਹੈ। ਸੁਤੰਤਰ ਨਿਆਂਪਾਲਿਕਾ, ਸਾਡੀ ਨਿਆਂਪਾਲਿਕਾ ਸੁਤੰਤਰ ਹੈ, ਕਿਸੇ ਵੀ ਤਰੀਕੇ ਦਾ ਕੋਈ ਵੀ ਬਾਹਰੀ ਇੰਟਰਫੇਰੈਂਸ ਉਸ ਦੇ ਉੱਪਰ ਨਹੀਂ ਹੈ, ਬਿਲਕੁਲ ਸੁਤੰਤਰ ਹੈ। ਨਿਆਇਕ ਪੁਨਰ ਵਿਲੋਕਨ, ਨਿਆਇਕ ਪੁਨਰ ਵਿਲੋਕਨ ਮਤਲਬ ਜੁਡੀਸ਼ੀਅਲ ਰਿਵਿਊ, ਜਿਵੇਂ ਮੰਨ ਕੇ ਚੱਲੋ ਜੁਡੀਸ਼ੀਅਲ ਰਿਵਿਊ ਕੀ ਹੈ ਵੀ ਇੱਕ ਵਾਰੀ ਮੰਨ ਕੇ ਚੱਲੋ ਸੁਪਰੀਮ ਕੋਰਟ ਨੇ ਕੋਈ ਆਪਣਾ ਨਿਰਣੇ ਦਿੱਤਾ, ਸੇਮ ਕੇਸ ਉਸੇ ਤਰੀਕੇ ਦਾ ਬਾਅਦ ਵਿੱਚ ਕੁਝ ਸਮੇਂ ਬਾਅਦ ਆਵੇ ਤੇ ਉਸ ਦੇ ਵਿੱਚ ਜਿਹੜਾ ਪਹਿਲਾਂ ਉਹਨਾਂ ਨੇ ਨਿਰਣੇ ਦਿੱਤਾ ਹੈ ਸੇਮ ਕੇਸ ਦੇ ਵਿੱਚ, ਉਸੇ ਨੂੰ ਉਹ ਦੁਬਾਰਾ ਉਸ ਦਾ ਰਿਵਿਊ ਕਰ ਸਕਦੀ ਹੈ, ਮਤਲਬ ਉਸ ਨੂੰ ਚੇਂਜ ਵੀ ਕਰ ਸਕਦੀ ਹੈ। ਇਸ ਤਰੀਕੇ ਦਾ ਆਪਾਂ ਕਹਿ ਸਕਦੇ ਹਾਂ ਵੀ ਆਪਣੇ ਜਿਹੜਾ ਜੁਡੀਸ਼ੀਅਲ ਰਿਵਿਊ ਹੈ, ਆਪਣੇ ਹੀ ਡਿਸੀਜਨ ਨੂੰ ਦੁਬਾਰਾ ਤੋਂ ਰਿਵਿਊ ਉਸ ਦਾ ਕੀਤਾ ਜਾ ਸਕਦਾ ਹੈ, ਠੀਕ। ਨਿਆਇਕ ਪੁਨਰ ਵਿਲੋਕਨ ਵਾਲਾ ਸਿਸਟਮ ਵੀ ਯੂਐਸ ਤੋਂ ਲਿਆ ਗਿਆ ਹੈ। ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਨੂੰ ਉਹਨਾਂ ਦੀ ਪੋਸਟ ਤੋਂ ਹਟਾਏ ਜਾਣ ਦੀ ਜਿਹੜੀ ਪ੍ਰੋਸੈਸ ਹੈ, ਜਦੋਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜ ਜਿਹੜੇ ਹੈਗੇ ਨੇ ਉਹਨਾਂ ਨੂੰ ਜਦੋਂ ਹਟਾਇਆ ਜਾਏਗਾ ਤਾਂ ਉਹ ਜਿਹੜੀ ਪ੍ਰੋਸੈਸ ਫੋਲੋ ਕੀਤੀ ਜਾਂਦੀ ਹੈ ਉਹ ਵੀ ਇੱਥੋਂ ਯੂਐਸਏ ਤੋਂ ਲਈ ਗਈ ਹੈ। ਰਾਸ਼ਟਰਪਤੀ ਉੱਪਰ ਮਹਾਭਿਯੋਗ, ਇੰਪੀਚਮੈਂਟ ਲੱਗਦੀ ਹੈ ਰਾਸ਼ਟਰਪਤੀ ਦੇ ਉੱਪਰ, ਰਾਸ਼ਟਰਪਤੀ ਨੂੰ ਹਟਾਉਣ ਵਾਸਤੇ ਇਹ ਪ੍ਰੋਸੈਸ ਮੈਂ ਤੁਹਾਨੂੰ ਅੱਗੇ ਸਮਝਾਵਾਂਗਾ ਹੁੰਦੀ ਕੀ ਹੈ, ਇਹ ਉਦੋਂ ਦੇਖਾਂਗੇ। ਪਰ ਇੱਥੇ ਸਿਰਫ ਇਹ ਦੇਖਣਾ ਹੈ ਵੀ ਰਾਸ਼ਟਰਪਤੀ ਦੇ ਉੱਪਰ ਜਿਹੜਾ ਮਹਾਭਿਯੋਗ ਲੱਗਦੀ ਹੈ, ਇੰਪੀਚਮੈਂਟ ਲੱਗਦੀ ਹੈ, ਉਹ ਵੀ ਸਾਡੀ ਯੂਐਸਏ ਤੋਂ ਲਈ ਗਈ ਹੈ। ਫਿਰ ਉਪ ਰਾਸ਼ਟਰਪਤੀ ਦੀ ਪੋਸਟ, ਜਿਹੜਾ ਉਪ ਰਾਸ਼ਟਰਪਤੀ ਦੀ ਪੋਸਟ ਹੈ ਨਾ, ਉਹ ਵੀ ਇਸੇ ਯੂਐਸਏ ਦੇ ਕਨਸਟੀਟਿਊਸ਼ਨ ਤੋਂ ਲਈ ਗਈ ਹੈ। ਬ੍ਰਿਟੇਨ ਤੋਂ ਕੀ ਲਿਆ ਗਿਆ ਹੈ ਜੀ, ਬ੍ਰਿਟੇਨ ਤੋਂ ਲਿਆ ਗਿਆ ਹੈ ਕਾਨੂੰਨ ਦਾ ਸ਼ਾਸਨ, ਠੀਕ ਹੈ, ਕਾਨੂੰਨ ਦਾ ਸ਼ਾਸਨ, ਰੂਲ ਆਫ ਲਾਅ, ਠੀਕ। ਸੰਸਦੀ ਸ਼ਾਸਨ ਪ੍ਰਣਾਲੀ ਵੀ ਇੱਥੋਂ ਲਈ ਗਈ ਹੈ। ਸੰਸਦੀ ਸ਼ਾਸਨ ਪ੍ਰਣਾਲੀ ਮਤਲਬ ਜਿਸ ਦੇ ਵਿੱਚ ਸੰਸਦ ਹੁੰਦੀ ਹੈ। ਹੁਣ ਸੰਸਦ ਦੇ ਵਿੱਚ ਤੁਹਾਨੂੰ ਪਤਾ ਹੈ ਰਾਸ਼ਟਰਪਤੀ ਹੁੰਦਾ ਹੈ, ਦੋ ਅਲੱਗ ਤੋਂ ਉਸਦੇ ਸਦਨ ਹੁੰਦੇ ਨੇ, ਰਾਸ਼ਟਰਪਤੀ ਇੱਕ ਐਟੋ ਟੰਗ ਮੰਨਿਆ ਜਾਂਦਾ ਹੈ। ਸੇਮ ਇਸ ਪ੍ਰਕਾਰ ਦਾ ਸਿਸਟਮ ਜਿਹੜਾ ਹੈ ਇੱਥੋਂ ਲਿਆ ਗਿਆ ਹੈ, ਠੀਕ ਹੈ, ਸੰਸਦੀ ਸ਼ਾਸਨ ਪ੍ਰਣਾਲੀ। ਫਰਕ ਕੀ ਹੈ ਸੰਸਦੀ ਸ਼ਾਸਨ ਪ੍ਰਣਾਲੀ, ਭਾਰਤੀ ਸੰਸਦੀ ਸ਼ਾਸਨ ਪ੍ਰਣਾਲੀ ਤੇ ਬ੍ਰਿਟੇਨ ਸੰਸਦੀ ਸ਼ਾਸਨ ਪ੍ਰਣਾਲੀ ਦਾ, ਕਿ ਜਿਵੇਂ ਭਾਰਤ ਦੀ ਸੰਸਦ ਪ੍ਰਣਾਲੀ ਦੇ ਵਿੱਚ ਰਾਸ਼ਟਰਪਤੀ, ਫਿਰ ਉਸ ਤੋਂ ਬਾਅਦ ਲੋਕ ਸਭਾ, ਰਾਜ ਸਭਾ ਹੈ, ਐਸੇ ਤਰੀਕੇ ਦੇ ਨਾਲ ਜਿਹੜਾ ਬ੍ਰਿਟੇਨ ਹੈ, ਬ੍ਰਿਟੇਨ ਦੇ ਵਿੱਚ ਰਾਸ਼ਟਰਪਤੀ ਦੀ ਥਾਂ ਤੇ ਰਾਜਾ ਜਾਂ ਰਾਣੀ ਆ ਜਾਏਗਾ ਤੇ ਉਸ ਤੋਂ ਬਾਅਦ ਹਾਊਸ ਆਫ ਕਾਮਨ ਤੇ ਹਾਊਸ ਆਫ ਲੋਰਡ ਇਸ ਤਰੀਕੇ ਨਾਲ ਰਹੇਗਾ, ਠੀਕ ਹੈ। ਤਾਂ ਇਹ ਥੋੜਾ ਜਿਹਾ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਹੈ। ਤੇ ਸਿੰਗਲ ਸਿਟੀਜ਼ਨਸ਼ਿਪ ਮਤਲਬ ਸਿੰਗਲ ਨਾਗਰਿਕਤਾ, ਇੱਕ ਹੀ ਨਾਗਰਿਕਤਾ ਹੈ। ਦੋ ਸਦਨੀ ਵਿਵਸਥਾ ਮਤਲਬ ਲੋਕ ਸਭਾ ਰਾਜ ਸਭਾ ਵਾਲਾ ਕਨਸੈਪਟ ਵੀ ਇਸੇ ਤੋਂ ਬ੍ਰਿਟੇਨ ਤੋਂ ਲਿਆ ਗਿਆ ਹੈ। ਜ਼ਿਆਦਾ ਵੋਟਾਂ ਪ੍ਰਾਪਤ ਕਰਨ ਵਾਲਾ ਜੇਤੂ, ਦੇਖੋ ਅੱਜ ਕੱਲ੍ਹ ਆਪਣੇ ਜਿਵੇਂ ਵੀ ਵੋਟਾਂ ਪੈਂਦੀਆਂ ਨੇ ਤਾਂ ਕੀ ਹੈ, ਜਿਹੜਾ ਬੰਦਾ ਜ਼ਿਆਦਾ ਵੋਟਾਂ ਲੈ ਜਾਂਦਾ ਹੈ ਉਹ ਜੇਤੂ ਹੋ ਜਾਂਦਾ ਹੈ ਨਾ। ਇਸ ਤਰੀਕੇ ਦਾ ਜਿਹੜਾ ਸਿਸਟਮ ਹੈ ਨਾ, ਇਹ ਜ਼ਿਆਦਾ ਵੋਟਾਂ ਜਿਸ ਨੂੰ ਪ੍ਰਾਪਤ ਹੋਈਆਂ ਉਹੀ ਜੇਤੂ ਮੰਨਿਆ ਜਾਂਦਾ ਹੈ। ਤਾਂ ਇਹ ਸਿਸਟਮ ਕਿੱਥੋਂ ਲਿਆ ਗਿਆ ਹੈ, ਤਾਂ ਇਹ ਬ੍ਰਿਟੇਨ ਤੋਂ ਲਿਆ ਗਿਆ ਹੈ, ਠੀਕ ਹੈ। ਤਾਂ ਇਹ ਸੀਗਾ ਜੀ ਸਾਡੇ ਭਾਰਤੀ ਸੰਵਿਧਾਨ ਦੇ ਸਰੋਤ। ਟੌਪਿਕ ਆਪਣਾ ਖਤਮ। 10-15 ਮਿੰਟ ਦੀ ਵੀਡੀਓ ਹੈ, ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮੈਂ ਤੁਹਾਨੂੰ ਮੈਕਸਿਮਮ ਚੀਜ਼ਾਂ ਦੱਸੀਆਂ ਨੇ। ਸ਼ੇਅਰ, ਲਾਈਕ, ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਨਾ, ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਫਾਰਵਰਡ ਕਰੋ। ਪੂਰਾ ਸਬਜੈਕਟ ਜਿਹੜਾ ਹੈ ਜੀ ਤੁਹਾਨੂੰ ਬਿਲਕੁਲ ਸਿੱਕੇ ਬੰਦ ਕਰਵਾਇਆ ਜਾਏਗਾ। ਨਮਸਕਾਰ, ਧੰਨਵਾਦ, ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ।